ਸਤਿ ਸ਼੍ਰੀ ਅਕਾਲ ਦੋਸਤੋ, ਬਹੁਤ ਲੰਬੇ ਚਿਰਾਂ ਤੋਂ ਇਨਸਾਨ ਪਰਮਾਤਮਾ ਨੂੰ ਲੱਭਣ ਦੇ ਯਤਨ ਕਰ ਰਿਹਾ ਹੈ ਅਤੇ ਵਿਗਿਆਨ ਕੁਦਰਤ ਦੇ ਭੇਦ ਜਾਣਨ ਦੇ ਵਿੱਚ ਲੱਗਿਆ ਹੋਇਆ ਹੈ। ਕੀ ਕੁਦਰਤ ਨਾਲ ਛਿੜੀ ਇਸ ਜੰਗ ਨੂੰ ਅਸੀਂ ਕਦੇ ਜਿੱਤ ਪਾਵਾਂਗੇ? ਕੀ ਕਦੀ ਅਸੀਂ ਬ੍ਰਹਮ ਅਤੇ ਇਸ ਬ੍ਰਹਮੰਡ ਨੂੰ ਆਪਣੀ ਮੁੱਠੀ ਦੇ ਵਿੱਚ ਕਰ ਸਕਾਂਗੇ? ਦੋਸਤੋ, ਸਾਨੂੰ ਪਰਮਾਤਮਾ ਨੇ ਬਹੁਤ ਸੋਚ ਸਮਝ ਕੇ ਘੜਿਆ ਹੈ। ਕੁਦਰਤ ਨੇ ਸਾਨੂੰ ਕਈ ਅੰਗਾਂ ਨਾਲ ਨਵਾਜਿਆ ਹੈ, ਜਿੱਦਾਂ ਹੱਥ, ਪੈਰ, ਉਂਗਲਾਂ, ਨੱਕ, ਕੰਨ ਆਦਿ। ਪਰ ਤੁਸੀਂ ਕਦੇ ਗੌਰ ਕੀਤਾ ਕਿ ਪਰਮਾਤਮਾ ਨੇ ਸਾਨੂੰ ਸੁਣਨ ਲਈ ਜ਼ਿਆਦਾ ਅੰਗ ਦਿੱਤੇ ਹਨ ਅਤੇ ਬੋਲਣ ਲਈ ਘੱਟ? ਜਾਂ ਸਰਲ ਸ਼ਬਦਾਂ ਵਿੱਚ ਕਹਿ ਲਓ ਕਿ ਕੁਦਰਤ ਨੇ ਸਾਨੂੰ ਸਰੋਤਾ ਵੱਧ ਬਣਾਇਆ ਹੈ ਅਤੇ ਵਕਤਾ ਘੱਟ। ਤੁਹਾਡੇ ਮਨ ਵਿੱਚ ਸਵਾਲ ਹੋਵੇਗਾ, ਉਹ ਕਿੱਦਾਂ? ਦੋਸਤੋ, ਦਸਮ ਦੁਆਰ ਬਾਰੇ ਜਿਨ ਲੋਕਾਂ ਨੂੰ ਗਿਆਨ ਹੈ ਉਹ ਜਾਣਦੇ ਨੇ ਕਿ ਪਰਮਾਤਮਾ ਨੇ ਸਾਨੂੰ 10 ਦੁਆਰਾਂ ਵਿੱਚੋਂ 8 ਦੁਆਰ ਗਲੇ ਦੇ ਉੱਪਰ ਬਖਸ਼ੇ ਹਨ। ਦਸਮ ਦੁਆਰ, ਜਿਸ ਨੂੰ ਅਸੀਂ ਬ੍ਰਹਮ ਦੁਆਰ ਵੀ ਕਹਿੰਦੇ ਹਾਂ, ਉਸ ਦਾ ਖੁੱਲਣਾ ਬਹੁਤ ਹੀ ਮੁਸ਼ਕਿਲ ਹੈ। ਉਸ ਤੋਂ ਬਿਨਾਂ ਜੇ ਗੱਲ ਕਰੀਏ ਤਾਂ ਬਾਕੀ ਦੇ 7 ਦੁਆਰ 2 ਕੰਨ ਦੇ, 2 ਅੱਖਾਂ ਦੇ, 2 ਨਾਸਿਕਾਂ ਯਾਨੀ ਨੱਕ ਦੇ ਅਤੇ 1 ਦੁਆਰ ਮੂੰਹ ਦਾ ਮੰਨਿਆ ਜਾਂਦਾ ਹੈ। ਅਤੇ ਯਕੀਨ ਜਾਣਿਓ, ਸਭ ਤੋਂ ਵੱਧ ਪਵਾੜੇ ਦੀ ਜੜ ਵੀ ਇਹ 7 ਦੁਆਰ ਹੀ ਹਨ। ਸਭ ਤੋਂ ਵੱਧ ਰੌਲਾ ਵੀ ਇਹਨਾਂ 7 ਦੁਆਰਾਂ ਕਰਕੇ ਹੀ ਹੈ। ਕੀ ਤੁਹਾਨੂੰ ਪਤਾ ਹੈ ਕਿ ਆਪਾਂ ਝੁੱਕ ਕੇ ਮੱਥਾ ਕਿਉਂ ਟੇਕਦੇ ਹਾਂ? ਤਾਂ ਜੋ ਇਹ 7 ਇੰਦਰੇ ਵੀ ਝੁੱਕ ਜਾਣ ਅਤੇ ਇਹਨਾਂ ਨੂੰ 7 ਦੀ ਪਛਾਣ ਹੋ ਸਕੇ। ਆਪਾਂ ਨੂੰ ਪੱਥਰ ਵਿੱਚੋਂ ਕੁਝ ਵੀ ਨਹੀਂ ਦਿਸੇਗਾ, ਪਰ ਇੱਕ ਮੂਰਤੀਕਾਰ ਉਸ ਵਿੱਚੋਂ ਬਹੁਤ ਸੋਹਣੀ ਮੂਰਤੀ ਕੱਢ ਦਿੰਦਾ ਹੈ। ਲੱਕੜ ਦਾ ਇੱਕ ਟੁਕੜਾ ਜੋ ਆਪਣੇ ਲਈ ਵਿਅਰਥ ਹੈ, ਲੱਕੜ ਦਾ ਮਿਸਤਰੀ ਉਸ ਨੂੰ ਬਹੁਤ ਸੋਹਣੀ ਆਕਾਰ ਵਿੱਚ ਬਦਲ ਸਕਦਾ ਹੈ। ਉਸੇ ਤਰ੍ਹਾਂ ਜਿਸ ਨੂੰ ਅੰਦਰ ਘੜਨ ਦੀ ਜਾਂਚ ਆ ਜੇ, ਉਹ ਪਰਮਾਤਮਾ ਨੂੰ ਅੰਦਰੋਂ ਹੀ ਪ੍ਰਗਟ ਕਰ ਲੈਂਦਾ ਹੈ। ਤੇ ਇਸ ਜਾਂਚ ਨੂੰ ਸਿੱਖਣ ਲਈ ਸਭ ਤੋਂ ਪਹਿਲੀ ਸ਼ਰਤ ਹੁੰਦੀ ਹੈ ਸੁਣਨ ਦੀ, ਇੱਕ ਚੰਗਾ ਸਰੋਤਾ ਬਣਨ ਦੀ। ਕਦੀ ਸੋਚਿਆ ਹੈ ਕਿ ਪਰਮਾਤਮਾ ਨੇ ਸਾਨੂੰ ਬੋਲਣ ਵਾਲੀ ਇਹ ਜ਼ੁਬਾਨ ਇੱਕ ਹੀ ਕਿਉਂ ਦਿੱਤੀ ਅਤੇ ਸੁਣਨ ਲਈ ਇਹ ਕੰਨ 2 ਕਿਉਂ? ਉਰਦੂ ਦੇ ਇੱਕ ਬਹੁਤ ਮਸ਼ਹੂਰ ਸ਼ਾਇਰ ਨੇ ਕਿਹਾ ਹੈ, ਕਹੇ ਏਕ ਸੁਨ ਲੈ ਜਬ ਇਨਸਾਨ ਦੋ, ਕਿਉਂਕਿ ਅੱਲਾ ਨੇ ਜ਼ੁਬਾਨ ਏਕ ਦੀ ਹੈ ਔਰ ਕਾਨ 2। ਅਸੀਂ ਸਭ ਜਾਣਦੇ ਹਾਂ ਕਿ ਜਦੋਂ ਸਾਡਾ ਜਨਮ ਹੁੰਦਾ ਹੈ, ਅਸੀਂ ਪਹਿਲਾਂ ਸੁਣਨ ਲੱਗਦੇ ਹਾਂ ਅਤੇ ਫਿਰ ਬੋਲਣ ਲੱਗਦੇ ਹਾਂ। ਡਾਕਟਰਾਂ ਦਾ ਵੀ ਇਹ ਕਹਿਣਾ ਹੈ ਕਿ ਜੋ ਇਨਸਾਨ ਸੁਣ ਨਹੀਂ ਸਕਦਾ, ਉਹ ਕਦੀ ਵੀ ਬੋਲ ਵੀ ਨਹੀਂ ਪਾਵੇਗਾ। ਜੇ ਧਾਰਮਿਕ ਦ੍ਰਿਸ਼ਟੀਕੋਣ ਦੀ ਗੱਲ ਕਰੀਏ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਣਨ ਦੇ ਭਾਵ ਨੂੰ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ। ਕਹਿੰਦੇ ਨੇ ਇੱਕ ਵਾਰ ਬਿਕਰਮਜੀਤ ਅਦਿੱਤਿਆ ਦੇ ਦਰਬਾਰ ਵਿੱਚ ਇੱਕ ਮੂਰਤੀਕਾਰ 3 ਮੂਰਤੀਆਂ ਬਣਾ ਕੇ ਲੈ ਆਇਆ। ਆ ਕੇ ਗੁਜ਼ਾਰਿਸ਼ ਕਰਦਾ ਹੋਇਆ ਕਹਿੰਦਾ ਹੈ, ਮਹਾਰਾਜ, ਮੈਂ ਇਹ 3 ਵੱਖ-ਵੱਖ ਕਿਸਮ ਦੀਆਂ ਮੂਰਤੀਆਂ ਬਣਾ ਕੇ ਲੈ ਕੇ ਆਇਆ ਹਾਂ, ਇਹਨਾਂ ਦੀ ਮੈਨੂੰ ਬੰਦੀ ਕੀਮਤ ਦਿੱਤੀ ਜਾਵੇ। ਦਰਬਾਰ ਵਿੱਚ ਬੈਠੇ ਹੋਰ ਮੰਤਰੀਆਂ ਸੰਤਰੀਆਂ ਨੇ ਜਦੋਂ ਇਹ ਮੂਰਤੀਆਂ ਨੂੰ ਗੌਰ ਨਾਲ ਦੇਖਿਆ ਤਾਂ ਕਿਹਾ, ਮਹਾਰਾਜ, ਮੂਰਤੀਆਂ ਦਾ ਤਾਂ ਆਕਾਰ ਇੱਕੋ ਜਿਹਾ ਹੈ, ਰੰਗ ਵੀ ਇੱਕੋ ਜਿਹਾ ਹੈ, ਭਾਰ, ਪੈਠ ਸਭ ਇੱਕੋ ਜਿਹੇ ਜਾਪਦੇ ਹਨ, ਫਿਰ ਵੱਖ-ਵੱਖ ਇਨਾਮ ਦੀ ਗੁਜ਼ਾਰਿਸ਼ ਇਹ ਕਿੱਦਾਂ ਕਰ ਸਕਦਾ ਹੈ? ਮੂਰਤੀਕਾਰ ਕਹਿੰਦਾ ਹੈ, ਨਹੀਂ ਮਹਾਰਾਜ, ਮੂਰਤੀਆਂ ਭਾਵੇਂ ਬਾਹਰੋਂ ਦਿਖਣ ਵਿੱਚ ਇੱਕੋ ਜਿਹੀਆਂ ਨੇ, ਪਰ ਅੰਦਰੋਂ ਇਹ ਵੱਖ-ਵੱਖ ਨੇ। ਬਿਕਰਮਜੀਤ ਅੱਗੋਂ ਪੁੱਛਦਾ ਹੈ, ਭਲਾ ਉਹ ਕਿਵੇਂ? ਅੰਦਰੋਂ ਵੀ ਤਾਂ ਇਹ ਮਿੱਟੀ ਦੀਆਂ ਹੀ ਬਣੀਆਂ ਹੋਣਗੀਆਂ ਨਾ। ਕਾਲੀਦਾਸ ਨੂੰ ਬੁਲਾਇਆ ਜਾਂਦਾ ਹੈ ਅਤੇ ਸਾਰਾ ਮਾਜਰਾ ਦੱਸਿਆ ਜਾਂਦਾ ਹੈ। ਇਹ ਮੂਰਤੀਕਾਰ 3 ਮੂਰਤੀਆਂ ਲੈ ਕੇ ਆਇਆ ਹੈ, ਜਿਨ੍ਹਾਂ ਦੀ ਬਣਾਵਟ, ਰੂਪ, ਭਾਰ ਸਭ ਇੱਕੋ ਜਿਹਾ ਜਾਪ ਰਹੇ ਹਨ, ਪਰ ਇਹ ਇਹਨਾਂ ਦੀ ਵੱਖ-ਵੱਖ ਕੀਮਤ ਮੰਗ ਰਿਹਾ ਹੈ। ਕਾਲੀਦਾਸ ਨੇ ਸਾਰਾ ਮਾਜਰਾ ਗੌਰ ਨਾਲ ਸੁਣਿਆ, ਮੂਰਤੀਆਂ ਦੀ ਪਰਿਕਰਮਾ ਕੀਤੀ ਅਤੇ ਬਹੁਤ ਗੌਰ ਨਾਲ ਦੇਖਿਆ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਹੱਸ ਪਿਆ, ਮਹਾਰਾਜ, ਇਹਦੇ ਨਾਲ ਬਹਿਸ ਨਾ ਕਰੋ, ਤੁਸੀਂ ਮਾਝੇ ਦਾ ਤੀਲਾ ਮੰਗਵਾਓ, ਮੈਂ ਤੁਹਾਨੂੰ ਦੱਸਦਾ ਹਾਂ ਇਹਨਾਂ ਮੂਰਤੀਆਂ ਵਿੱਚ ਕੀ ਅੰਤਰ ਹੈ। ਤੀਲਾ ਮੰਗਵਾਇਆ ਗਿਆ। ਦਰਬਾਰ ਵਿੱਚ ਬੈਠੇ ਲੋਕਾਂ ਨੇ ਸੋਚਿਆ, ਕਾਲੀਦਾਸ ਮੂਰਤੀ ਨੂੰ ਮਾਪੇਗਾ, ਲੰਬਾਈ ਚੌੜਾਈ ਦੇਖੇਗਾ, ਪਰ ਕਾਲੀਦਾਸ ਨੇ ਬਿਲਕੁਲ ਵੀ ਇਸ ਤਰ੍ਹਾਂ ਨਾ ਕੀਤਾ। ਬਲਕਿ ਕਾਲੀਦਾਸ ਪਹਿਲੀ ਮੂਰਤੀ ਕੋਲ ਗਿਆ ਅਤੇ ਉਸਦੇ ਕੰਨ ਵਿੱਚ ਤੀਲਾ ਪਾਇਆ। ਮੂਰਤੀ ਦੀ ਬਣਾਵਟ ਇਸ ਤਰ੍ਹਾਂ ਹੋਣ ਕਰਕੇ ਤੀਲਾ ਦੂਸਰੇ ਕੰਨ ਥਾਣੀ ਬਾਹਰ ਆ ਗਿਆ। ਇਸੇ ਤਰ੍ਹਾਂ ਜਦੋਂ ਉਸਨੇ ਦੂਸਰੀ ਮੂਰਤੀ ਦੇ ਕੰਨ ਵਿੱਚ ਤੀਲਾ ਪਾਇਆ ਅਤੇ ਆਪਣਾ ਹੱਥ ਦੂਸਰੇ ਕੰਨ ਵੱਲ ਕੀਤਾ ਤਾਂ ਤੀਲਾ ਕੰਨ ਵਿੱਚੋਂ ਬਾਹਰ ਆਉਣ ਦੀ ਬਜਾਏ ਮੂੰਹ ਵਿੱਚੋਂ ਬਾਹਰ ਆ ਗਿਆ। ਜਦੋਂ ਤੀਸਰੀ ਮੂਰਤੀ ਦੇ ਕੰਨ ਵਿੱਚ ਤੀਲਾ ਪਾਇਆ ਗਿਆ ਤੇ ਨਾ ਤਾਂ ਉਹ ਕੰਨ ਥਾਣੀ ਬਾਹਰ ਆਇਆ ਅਤੇ ਨਾ ਹੀ ਮੂੰਹ ਥਾਣੀ, ਅੰਦਰ ਹੀ ਸਮਾ ਗਿਆ। ਇੱਕ ਹੋਰ ਤੀਲਾ ਮੰਗਾਇਆ ਗਿਆ, ਉਹ ਵੀ ਅੰਦਰ ਹੀ ਸਮਾ ਗਿਆ। ਕਾਲੀਦਾਸ ਹੱਸ ਪਿਆ ਅਤੇ ਕਹਿਣ ਲੱਗਾ, ਮਹਾਰਾਜ, ਇਹ ਮੂਰਤੀਕਾਰ ਬਹੁਤ ਗਿਆਨਵਾਨ ਅਤੇ
ਸੂਝਵਾਨ ਹੈ। ਇਸ ਦੀਆਂ ਇਹ ਮੂਰਤੀਆਂ ਕਿਸੇ ਦੇਵੀ ਜਾਂ ਦੇਵਤੇ ਨੂੰ ਨਹੀਂ, ਸਗੋਂ ਦੁਨੀਆ ਦੇ ਵੱਖ-ਵੱਖ ਤਰ੍ਹਾਂ ਦੇ ਸਰੋਤਿਆਂ ਨੂੰ ਦਰਸਾ ਰਹੀਆਂ ਹਨ। ਪਹਿਲੀ ਮੂਰਤੀ, ਜਿਸ ਦੇ ਕੰਨ ਵਿੱਚ ਤੀਲਾ ਪਾਏ ਤੋਂ ਦੂਸਰੇ ਕੰਨ ਥਾਣੀ ਬਾਹਰ ਆ ਗਿਆ ਸੀ, ਇਹ ਉਹ ਸਰੋਤੇ ਨੇ ਜਿਹੜੇ ਗੱਲ ਇੱਕ ਕੰਨ ਥਾਣੀ ਸੁਣਦੇ ਨੇ ਅਤੇ ਦੂਸਰੇ ਕੰਨ ਥਾਣੀ ਬਾਹਰ ਕੱਢ ਦਿੰਦੇ ਨੇ। ਜੇ ਪੁੱਛੀਏ ਕਿ ਕੁਝ ਸਮਝ ਪਈ ਤਾਂ ਕਹਿੰਦੇ ਨੇ ਸੁਣਿਆ ਤਾਂ ਬਹੁਤ ਕੁਝ ਸੀ, ਪਰ ਸਮਝ ਕੱਖ ਨਹੀਂ ਪਿਆ। ਸੱਚ ਇਹ ਹੈ ਕਿ ਅਸੀਂ ਵੀ ਪਹਿਲੀ ਵਾਲੀ ਮੂਰਤੀ ਵਾਂਗ ਹਾਂ। ਪੂਜਾ ਪਾਠ ਬਹੁਤ ਕਰਦੇ ਹਾਂ, ਸੁਣਦੇ ਬਹੁਤ ਹਾਂ, ਪਰ ਪਤਾ ਕੋਈ ਨਹੀਂ ਕਿ ਸਾਨੂੰ ਸਮਝਾਇਆ ਕੀ ਜਾ ਰਿਹਾ ਹੈ। ਦੂਜੀ ਮੂਰਤੀ ਮਹਾਰਾਜ, ਜਿਸ ਦੇ ਕੰਨ ਵਿੱਚ ਤੀਲਾ ਪਾਏ ਤੇ ਮੂੰਹ ਥਾਣੀ ਬਾਹਰ ਆ ਗਿਆ ਸੀ, ਇਹ ਉਹ ਸਰੋਤੇ ਨੇ ਜੋ ਕੰਨ ਥਾਣੀ ਸੁਣਦੇ ਨੇ ਅਤੇ ਮੂੰਹ ਥਾਣੀ ਬਾਹਰ ਕੱਢ ਦਿੰਦੇ ਨੇ। ਇਹ ਕੰਨ ਰਸੀਆ ਸਰੋਤੇ ਹਨ। ਇਹ ਸੁਣਦੇ ਜ਼ਰੂਰ ਨੇ, ਪਰ ਆਪਣਾ ਪ੍ਰਭਾਵ ਪਾਉਣ ਲਈ ਸਭ ਕੁਝ ਸੁਣਿਆ ਬਾਹਰ ਜਾ ਕੇ ਮੂੰਹ ਥਾਣੀ ਬੋਲ ਦਿੰਦੇ ਨੇ ਤਾਂ ਕਿ ਲੋਕਾਂ ਵਿੱਚ ਪ੍ਰਭਾਵ ਪੈ ਸਕੇ। ਅਤੇ ਮਹਾਰਾਜ, ਤੀਸਰੀ ਮੂਰਤੀ ਬ੍ਰਹਮ ਗਿਆਨੀ ਸਰੋਤੇ ਦੀ ਹੈ। ਇਸਨੇ ਜੋ ਵੀ ਕੰਨ ਵਿੱਚ ਪਾਇਆ, ਨਾ ਦੂਜੇ ਕੰਨ ਥਾਣੀ ਬਾਹਰ ਕੱਢਤਾ ਅਤੇ ਨਾ ਹੀ ਮੂੰਹ ਥਾਣੀ। ਜੋ ਗਿਆਨ ਲਿਆ ਅੰਦਰ ਹੀ ਸਮਾ ਲਿਆ। ਮਹਾਰਾਜ, ਪਹਿਲੀ ਮੂਰਤੀ ਦੀ ਕੀਮਤ ਇੱਕ ਧੇਲਾ ਵੀ ਨਹੀਂ ਹੈ। ਦੂਸਰੀ ਮੂਰਤੀ ਦਾ ਕੁਝ ਮੁੱਲ ਦਿੱਤਾ ਜਾ ਸਕਦਾ ਹੈ, ਪਰੰਤੂ ਤੀਸਰੀ ਮੂਰਤੀ ਦਾ ਮੁੱਲ ਪਾਉਣਾ ਤੁਹਾਡੇ ਮੇਰੇ ਵੱਸ ਦੀ ਗੱਲ ਨਹੀਂ ਹੈ। ਇਹ ਬਹੁਮੁੱਲ ਮੂਰਤੀ ਹੈ। ਦੋਸਤੋ, ਕੀ ਅਸੀਂ ਵੀ ਸੁਣਨ ਦੀ ਚੰਗੀ ਆਦਤ ਪਾ ਕੇ ਖੁਦ ਨੂੰ ਬਹੁਮੁੱਲ ਕਰ ਸਕਦੇ ਹਾਂ? ਇੱਕ ਬੱਚਾ ਜਦੋਂ ਮਾਂ ਨੂੰ ਚੰਗੀ ਤਰ੍ਹਾਂ ਸੁਣਦਾ ਹੈ ਅਤੇ ਉਸ 'ਤੇ ਅਮਲ ਕਰਦਾ ਹੈ, ਫਿਰ ਹੀ ਉਸ ਦਾ ਚੰਗਾ ਵਿਕਾਸ ਹੁੰਦਾ ਹੈ। ਭਾਵ ਕਿ ਗੱਲ ਸਾਰੀ ਸੁਣਨ ਦੀ ਖੇਡ ਨਾਲ ਸ਼ੁਰੂ ਹੁੰਦੀ ਹੈ ਅਤੇ ਸੁਣਨ ਦੀ ਖੇਡ ਨਾਲ ਹੀ ਖਤਮ। ਜੇ ਅਸੀਂ ਕਿਧਰੇ ਚੰਗੇ ਸਰੋਤੇ ਬਣ ਜਾਈਏ ਤਾਂ ਸਾਡੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੀਆਂ ਕਈ ਬਿਮਾਰੀਆਂ ਦਾ ਨਾਸ਼ ਹੋ ਜਾਵੇਗਾ। ਦੋਸਤੋ, ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਚੰਗਾ ਵਕੀਲ ਉਹੀ ਮੰਨਿਆ ਜਾਂਦਾ ਹੈ ਜੋ ਪਹਿਲਾਂ ਦਲੀਲ ਨੂੰ ਧਿਆਨ ਨਾਲ ਸੁਣੇ। ਚੰਗਾ ਡਾਕਟਰ ਉਹੀ ਹੈ ਜੋ ਮਰੀਜ਼ ਦੀ ਬਿਮਾਰੀ ਨੂੰ ਪਹਿਲਾਂ ਚੰਗੀ ਤਰ੍ਹਾਂ ਸੁਣੇ, ਅਤੇ ਚੰਗਾ ਦੁਕਾਨਦਾਰ ਵੀ ਉਹੀ ਹੈ ਜੋ ਪਹਿਲਾਂ ਗ੍ਰਾਹਕ ਨੂੰ ਸੁਣੇ। ਸੋ ਸਾਨੂੰ ਵੀ ਇੱਕ ਚੰਗੇ ਸਰੋਤੇ ਬਣਨ ਲਈ ਨਿਰੰਤਰ ਯਤਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਵੀ ਆਪਣਾ ਮੁੱਲ ਬਹੁਤ ਜ਼ਿਆਦਾ ਪਵਾਉਣ ਵਿੱਚ ਸਫਲ ਹੋ ਪਾਈਏ। ਧੰਨਵਾਦ।